साइज थोड़ा बड़ा हो जाएगा, मेरा सोर्स दूर जाऊंगा तो छोटा अलग अलग शेप्स ਦੇ ਵਿੱਚ ਤੁਸੀਂ ਨੂੰ ਸਿਮਿਲੈਰਿਟੀ ਨੂੰ ਬੱਚੇ ਤੱਕ ਲਿਜਾ ਸਕਦੇ। ਇਸ ਤੋਂ ਬਿਨਾਂ ਹੋਰ ਤੁਹਾਡੇ ਕੋਲ ਬੱਚਿਆਂ ਨੂੰ ਫ੍ਰੈਕਸ਼ਨ ਭਿੰਨਾਂ ਦੇ ਬਾਰੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹ ਨਹੀਂ ਸਮਝ ਸਕਦੇ। ਫ੍ਰੈਕਸ਼ਨ ਕੀ ਹੁੰਦੀ ਹੈ ਵੈਸੇ, ਭਿੰਨ ਕੀ ਹੁੰਦੀ ਹੈ? ਤੁਹਾਡੇ ਸਾਰਿਆਂ ਦੇ ਨਾਲ ਬੋਲਣ ਦੀ ਲੋੜ ਹੈ। ਚਲੋ ਫਿਰ ਇੱਕ ਕੁਐਸਚਨ ਕਰਦੇ ਹਾਂ ਥੋੜਾ ਜਿਹਾ ਜਗਾਉਣ ਵਾਸਤੇ। ਸਪੋਜ਼ ਤੁਹਾਡੇ ਕੋਲ ਇੱਕ ਕਿਊਬ ਹੈ, ਉਹਦਾ ਸਾਈਜ਼ ਹੈਗਾ 1 ਮੀਟਰ ਬਾਈ 1 ਮੀਟਰ। ਜਦੋਂ ਮੈਂ 1 ਮੀਟਰ ਕਹਿੰਦਾ ਤਾਂ ਵੈਸੇ ਤਾਂ 2 ਬਾਈ ਮੀਟਰ ਬਣਨ ਦੀ ਲੋੜ ਨਹੀਂ ਸੀ, ਠੀਕ ਹੈ, ਪਰ ਮੈਂ ਕਲੈਰਿਟੀ ਜ਼ਿਆਦਾ ਕਰਨ ਦੇ ਚੱਕਰ ਦੇ ਵਿੱਚ 3 ਵਾਰ ਮੀਟਰ ਹੋ ਗਿਆ। ਕਿਊਬ ਦਾ ਸਾਈਜ਼ ਕੀ ਹੈ ਬੇਟਾ? ਉਹਦੀ ਜਿਹੜੀ ਸਾਈਡ ਆ ਉਹ 1 ਮੀਟਰ ਹੈ। ਉਸ ਨੂੰ ਅਸੀਂ ਛੋਟੇ ਕਿਊਬਸ ਦੇ ਵਿੱਚ ਤੋੜਤਾ। ਉਹਨਾਂ ਦੀ ਹਰੇਕ ਦੀ ਸਾਈਜ਼ ਜਿਹੜਾ ਹੈਗਾ ਉਹ 1 ਮਿਲੀਮੀਟਰ ਹੈ। ਮੈਂ ਰਿਪੀਟ ਕਰਦਾ, ਵੱਡਾ ਜਿਹੜਾ ਕਿਊਬ ਸੀ 1 ਮੀਟਰ ਸਾਈਜ਼ ਦਾ, ਉਸ ਨੂੰ ਅਸੀਂ ਛੋਟੇ ਕਿਊਬਾਂ ਵਿੱਚ ਤੋੜਤਾ। ਉਸ ਦਾ ਜਿਹੜਾ ਸਾਈਜ਼ ਹੈਗਾ ਉਹ ਕਿੰਨਾ? 1 ਮਿਲੀਮੀਟਰ। ਓਕੇ, ਹੁਣ ਮੈਂ ਕੀ ਕੀਤਾ, ਉਹ 1 ਮਿਲੀਮੀਟਰ ਦੇ ਉੱਤੇ ਪਹਿਲਾ ਕਿਊਬ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ ਰੱਖਦੇ, ਜਾਂ ਕਹਿੰਦਾ ਲਾਈਨ 'ਚ ਰੱਖਦੇ। ਉਹਦੀ ਲੈਂਥ ਕਿੰਨੀ ਕੁ ਲੈਂਥ ਹੋ ਸਕਦੀ ਹੈ ਤੁਹਾਡੇ ਕੋਲ? ਅਪਰੋਕਸੀਮੇਸ਼ਨ ਦੇ ਦਿਓ। 3 ਮੀਟਰ। ਹਾਂਜੀ 3 ਮੀਟਰ 3 ਨੋ, ਤੁਸੀਂ ਹੈਰਾਨ ਹੋਵੋਗੇ ਇਹਦਾ ਆਨਸਰ। ਹਾਂਜੀ ਬੇਟਾ ਦੱਸੋ ਕੋਈ ਆਨਸਰ ਹੈ ਨਹੀਂ? ਆਨਸਰ ਤੁਹਾਡੇ ਕੋਲ ਕੋਈ ਨਾ ਕੋਈ ਹੈਗਾ, ਦੱਸ ਦਿਓ ਬਸ। 4 ਮੀਟਰ। ਓਕੇ, ਅਗੇਨ ਸਾਰੇ ਨੇ ਕੋਈ ਜਿਹੜਾ ਵੀ ਤੁਸੀਂ ਸੋਚ ਰਹੇ ਹੋ, ਕੋਈ ਜਿੰਨਾ ਮਰਜ਼ੀ ਦੱਸ ਦਿਓ, ਕਿਉਂਕਿ ਜ਼ਿਆਦਾ ਲੰਬਾ ਨਹੀਂ ਲੱਗਿਆ ਇਹਨੂੰ, ਆਪਾਂ ਬਸ ਤੁਹਾਨੂੰ ਜਗਾਉਣੇ ਸੀ। ਹਾਂਜੀ बोलो, जो आंसर है खोल के बोलो, आगे क्यों बोल रहे हैं? गल तो सही है। कितने मीटर? 100 मीटर। ओके, ਅੱਗੇ ਤੁਸੀਂ ਦੱਸੋ ਜੀ। ਲਾਸਟ ਤੇ ਉੱਥੋਂ ਕੋਈ ਰਿਸਪੌਂਸ ਨਹੀਂ ਆਇਆ ਬੇਟਾ। 1 ਮੀਟਰ ਤਾਂ ਪਹਿਲਾਂ ਹੀ ਆ। ਨਹੀਂ, ਮੈਂ ਮੇਰੇ ਖਿਆਲ ਸਵਾਲ ਤੋਂ ਦੁਬਾਰਾ ਇੱਕ ਵਾਰ ਦੱਸਣਾ। 1 ਮੀਟਰ ਸਾਈਡ ਵਾਲੇ ਕਿਊਬ ਨੂੰ ਮੈਂ ਛੋਟੇ ਕਿਊਬਸ ਦੇ ਵਿੱਚ ਮੈਂ ਤੋੜਤਾ। ਫਿਰ ਉਹ ਇੱਕ ਕਿਊਬ ਜਿਹੜਾ ਛੋਟਾ ਜਿਹਾ ਕਿਊਬ ਆ, ਉਹਨੂੰ ਏਦਾਂ ਛੋਟੇ ਬਣ ਕੇ ਫਿਰ ਜੋੜ ਕੇ ਮੈਂ ਉਹ ਤੱਕ ਲੈ ਗਿਆ। ਉਹ ਕਿੰਨੀ ਦੂਰੀ ਤੱਕ ਜਾਣਗੇ? ਜੇ ਮੈਂ ਉਹਦਾ ਮੰਨ ਲਓ ਥੱਲੇ ਉੱਪਰ ਧਰ ਕੇ ਕਿਊਬ ਬਣਾਉਣਾ, ਸੌਰੀ ਕਿਊਬਰਡ ਬਣਾਉਣਾ ਜਾਂ ਪੋਲ ਬਣਾਉਣਾ, ਕਿੰਨਾ ਉੱਚਾ ਹੋਊਗਾ? ਸੋਚ ਕੇ ਦੇਖੋ। ਇਹਨੂੰ ਸੋਚੋ। ਜਦੋਂ ਦੂਜਾ ਇੱਕ ਸਵਾਲ ਸਰ ਪਹਿਲੇ ਇਹ ਵੀ ਦੱਸ। ਇੱਕ ਬਾਲ ਆ, ਮੈਂ ਉਹਨੂੰ ਜਦੋਂ ਛੱਡਦਾ ਹੁੰਦਾ ਤਾਂ ਹਰ ਵਾਰੀ ਉਹ ਥੱਲੇ ਲੱਗ ਕੇ ਜਿੰਨੀ ਉਚਾਈ ਤੋਂ ਮੈਂ ਛੱਡੀ ਸੀ ਉਹਦੇ ਅੱਧ ਤੱਕ ਬਾਉਂਸ ਬੈਕ ਹੁੰਦੀ ਹੈ। ਜੇ ਮੈਂ ਉਹਨੂੰ 8 ਮੀਟਰ ਤੋਂ ਛੱਡਦਾ ਤਾਂ ਅਗਲੀ ਵਾਰੀ ਲੱਗ ਕੇ ਉਹ 4 ਮੀਟਰ ਤੱਕ ਹੀ ਮੁੜਦੀ ਹੈ, ਉਦੋਂ ਅਗਲੇ 2 ਫੁੱਟ। ਠੀਕ ਹੈ, ਇਸ ਤਰ੍ਹਾਂ ਜੇ ਮੈਂ ਉਹਨੂੰ 8 ਮੀਟਰ ਦੀ ਉਚਾਈ ਤੋਂ ਛੱਡ ਦੇਵਾਂ ਜਾਂ 8 ਫੁੱਟ ਤੋਂ ਲਾ ਲਓ, ਮੀਟਰ ਬੈਠ ਜਾਂਦੇ 8 ਫੁੱਟ ਤੋਂ ਮੈਂ ਛੱਡ ਦੇਵਾਂ ਤਾਂ ਜਦ ਤੱਕ ਏਦਾਂ ਟੱਪੇ ਖਾ ਕੇ ਰੈਸਟ ਦੇ ਵਿੱਚ ਆਊਗੀ, ਉਹ ਕੁੱਲ ਕਿੰਨੀ ਦੂਰੀ ਤੈਅ ਕਰ ਦੂਗੀ? ਕੋਈ ਆਈਡੀਆ? ਇਹਨੂੰ ਵੀ ਸੋਚੋ ਜਦ ਤੱਕ। ਪਹਿਲੇ ਤੇ ਹੋਵੇ, ਪਹਿਲੇ ਦਾ ਆਨਸਰ ਹੈ 1000 ਕਿਲੋਮੀਟਰ। 1000 ਕਿਲੋਮੀਟਰ। ਇਹਨੂੰ ਕੈਲਕੂਲੇਟ ਕਰਕੇ ਦੇਖ ਲਿਓ ਤੁਸੀਂ, ਠੀਕ ਹੈ। ਜੇ ਅਸੀਂ ਉਸ ਨੂੰ ਇਦਾਂ 1 ਬਾਈ 1 ਰੱਖਾਂਗੇ ਤਾਂ ਉਸ ਦੀ ਟੋਟਲ ਲੈਂਥ ਜਿਹੜੀ ਪੋਲ ਦੀ ਹੋਊਗੀ ਜਾਂ ਟੋਟਲ ਜੋ ਵੀ ਹੋਊਗਾ ਉਸ ਦੀ ਲੈਂਥ ਕਿੰਨੀ ਹੋਊਗੀ? 1000 ਕਿਲੋਮੀਟਰ। ਕੈਨ ਯੂ ਇਮੇਜਿਨ? कैलकुलेट करके देख लो 1000 to 1000 ਇੰਨੇ ਕਿਊਬਿਕ ਮਿਲੀਮੀਟਰ ਹੋ ਗਿਆ। ਉਸ ਨੂੰ ਤੁਸੀਂ ਕਨਵਰਟ ਕਰ ਲਓ। ਇਸੇ ਤਰ੍ਹਾਂ ਤੁਸੀਂ
ਵੋਲੀਅਮ ਦੇ ਕਨਸੈਪਟ ਨੂੰ ਲੈ ਕੇ ਚੱਲਦੇ ਹੋ, ਬੱਚਿਆਂ ਨੂੰ ਉਹ ਚੀਜ਼ਾਂ ਵੀ ਦੱਸੋ ਜਦੋਂ ਤੁਸੀਂ ਵੋਲੀਅਮ ਨੂੰ ਜਸਟ ਅਸੀਂ ਸਿਲੰਡਰ ਦਾ ਵੋਲੀਅਮ ਕੱਢਣ ਲਈ, ਕਿਉਂਕਿ ਅਸੀਂ ਈਜ਼ ਕਰ ਲਈ ਸੀ ਸਿਲੰਡਰ ਹੀ ਕੋਈ ਵੀ ਚੀਜ਼ ਆ ਉਹਦਾ ਵੋਲੀਅਮ ਕੱਢਿਆ, ਵੋਲੀਅਮ ਕੱਢਣ ਤੋਂ ਬਾਅਦ ਅਸੀਂ ਕੀ ਕਹਿੰਦੇ ਆ ਐਨਏ ਕਿਊਬਿਕ ਸੈਂਟੀਮੀਟਰ, ਠੀਕ ਹੈ। ਪਰ ਬੱਚੇ ਦੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਆਊਗਾ ਵੀ ਜਿਹੜੀ ਕਿਊਬਿਕ ਸੈਂਟੀਮੀਟਰ ਦੀ ਗੱਲ ਆ ਜਾਂ ਕਿਊਬਿਕ ਮੀਟਰ ਦੀ ਗੱਲ ਆ, ਉਸ ਦਾ ਲਿਕੁਇਡ ਨਾਲ ਕਿਸੇ ਦਾ ਸੰਬੰਧ ਨਹੀਂ ਹੈ, ਕਿਉਂਕਿ ਅਸੀਂ ਜਦੋਂ ਵੋਲੀਅਮ ਦੀ ਗੱਲ ਕਰਦੇ ਹਾਂ ਤਾਂ ਉੱਥੇ 에ਅਰ ਜਾਂ ਲਿਕੁਇਡ ਨੂੰ ਅਸੀਂ ਉਹਦੇ ਵਿੱਚ ਪਾਉਣ ਦੀ ਗੱਲ ਕਰਦੇ ਹਾਂ। ਆਮ ਤੌਰ ਤੇ ਬੱਚਿਆਂ ਦੇ ਦਿਮਾਗ 'ਚ ਇਹੀ ਕਨਸੈਪਟ ਆ, ਜੇ ਉਹਦੇ ਘਰੇ ਪੇਂਟ ਦਾ ਡੱਬਾ ਹੁੰਦਾ, ਠੀਕ ਹੈ, ਤਾਂ ਉੱਥੇ ਉਹਦੇ ਵੋਲੀਅਮ ਦੀ ਗੱਲ ਹੁੰਦੀ ਹੈ। ਤੁਸੀਂ ਕਦੇ ਪੇਂਟ ਦਾ ਡੱਬਾ ਲਿਜਾ ਕੇ ਉਹਨਾਂ ਤੋਂ ਵੋਲੀਅਮ ਚੈੱਕ ਕਰਾਓ, ਇਹਦਾ ਵੋਲੀਅਮ ਕਿੰਨਾ, ਨਾਲ ਦੀ ਨਾਲ ਉਹਦੇ ਦਿਮਾਗ 'ਚ ਇਹ ਵੀ ਆਊਗਾ ਵੀ ਇਹਦੀ ਹਾਈਟ ਇੰਨੀ ਆ ਤੇ ਇਹਦਾ ਰੇਡੀਅਸ ਡਾਇਆਮੀਟਰ ਇੰਨਾ ਤੇ ਇਹਦਾ ਵੋਲੀਅਮ ਇੰਨਾ ਹੋਣਾ ਚਾਹੀਦਾ। ਪਰ ਤੁਸੀਂ ਇਹ ਵੀ ਦੇਖੋਗੇ ਵੋਲੀਅਮ ਉਸ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਹੋਊਗਾ, ਕਿਉਂਕਿ ਪੇਂਟ ਦੇ ਡੱਬੇ ਦੇ ਵਿੱਚ ਉੱਪਰ ਤੱਕ ਪੇਂਟ ਨਹੀਂ ਭਰਿਆ ਹੁੰਦਾ। ਇਹ ਚੀਜ਼ ਵੀ ਉਹਨਾਂ ਦੀ ਪਰਸੈਪਸ਼ਨ ਦੇ ਵਿੱਚ ਹੋਣੀ ਚਾਹੀਦੀ। ਹੁਣ ਜਿਹੜੇ ਬਾਕੀ ਇਦਾਂ ਦੇ ਰੀਡਰਸ ਤੁਹਾਡੇ ਕੋਲ ਹੋਣ ਜਿਹੜੇ ਉਹਨਾਂ ਨੂੰ ਜਗਾ ਕੇ ਰੱਖਣ, ਜਿਹੜੇ ਉਹ ਮਤਲਬ ਇਹਨਾਂ ਦੀਆਂ ਇਹਨੂੰ ਅਸੀਂ ਰੀਕ੍ਰੀਏਸ਼ਨਲ ਮੈਥਮੈਟਿਕਸ ਕਹਿੰਦੇ ਹਾਂ, ਮਤਲਬ ਕੁਛ ਇਦਾਂ ਦੇ ਸਵਾਲ ਬੱਚਿਆਂ ਦੇ ਲਈ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜਿਹੜੇ ਤੁਹਾਡੇ ਇੱਥੋਂ ਜਦੋਂ ਤੁਸੀਂ ਪੁੱਛੋ ਤੇ ਜਦੋਂ ਹੱਲ ਕਰਕੇ ਲਿਆਉਣ ਤਾਂ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਵੇ ਤੇ ਹੌਲੀ ਹੌਲੀ ਜਾ ਕੇ ਆਪਣੇ ਘਰੇ ਮਾਪਿਆਂ ਨੂੰ ਵੀ ਪੁੱਛੋ, ਤਾਂ ਕਿ ਤੁਹਾਡਾ ਪੜ੍ਹਾਇਆ ਤੁਹਾਡੇ ਮਾਪਿਆਂ ਤੱਕ ਵੀ, ਉਹਨਾਂ ਦੇ ਮਾਪਿਆਂ ਤੱਕ ਵੀ ਪਹੁੰਚੇ। ਤੁਸੀਂ ਇੱਥੇ ਕੀ ਕਰਾ ਰਹੇ ਹੋ ਇਹ ਉੱਥੇ ਰਿਫਲੈਕਟ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਉਹਨਾਂ ਨੂੰ ਲੱਗੂਗਾ ਵੀ ਕੰਮ ਹੋ ਰਿਹਾ ਤਾਂ ਉਹ ਆਪਣੇ ਆਪ ਤੁਹਾਡੇ ਨਾਲ ਜੁੜਦੇ ਆ। ਜੇ ਮੈਂ ਆਪਣੇ ਇਸ ਕੰਮ ਨਾਲ ਇਸ ਚੀਜ਼ ਨੂੰ ਰਿਲੇਟ ਕਰਦਾ ਤਾਂ ਜਦੋਂ ਅਸੀਂ ਉੱਥੇ ਕੰਮ ਸ਼ੁਰੂ ਕੀਤਾ ਸੀ ਤਾਂ ਹਰ ਕੰਮ ਵਾਸਤੇ ਪੈਸੇ ਦੀ ਬਹੁਤ ਲੋੜ ਹੈ। ਪੈਸਾ ਤੁਸੀਂ ਆਪਣੇ ਕੋਲੋਂ ਬਹੁਤਾ ਨਹੀਂ ਲਾ ਸਕਦੇ, ਠੀਕ ਹੈ, ਲਾ ਸਕਦੇ ਹੋ ਪਰ ਪਹਿਲਾਂ ਲਾਉਣਾ ਤੁਹਾਨੂੰ ਹੀ ਪੈਂਦਾ। ਉਸ ਤੋਂ ਬਾਅਦ ਜਦੋਂ ਤੁਹਾਡੀ ਆਊਟਪੁੱਟ ਨਿਕਲਦੀ ਆ, ਕੰਮ ਹੋਇਆ ਦਿਖਦਾ, ਤਾਂ ਲੋਕ ਤੁਹਾਡੇ ਨਾਲ ਕਮਿਊਨਿਟੀ ਜੁੜਦੀ ਆ, ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਫਿਰ ਉਹੀ ਕਰ ਦਿੰਦੇ। ਜਿਵੇਂ ਸਾਡੇ ਕੋਲ ਡੀਸੀ ਸਾਹਿਬ ਆਏ ਤਾਂ ਉੱਥੇ ਮੈਨੂੰ ਛੁੱਟੀਆਂ ਸੀ, ਮੈਨੂੰ ਹੁਣ ਵੀ ਯਾਦ ਆ 2015 ਜਾਂ 14 ਦੀਆਂ ਛੁੱਟੀਆਂ ਸੀਗੀਆਂ। ਉਸ ਦਿਨ ਮੈਨੂੰ ਖੁਦ ਬੁਲਾਇਆ, ਉਹ ਕਿਸੇ ਹੋਰ ਪਰਪਸ ਲਈ ਆਏ ਸੀਗੇ, ਉੱਥੇ ਸਾਡੀ ਮਾਲ ਅਦਾਲਤ ਲੱਗੀ ਸੀ, ਉਸ ਵਾਸਤੇ ਆਏ ਸੀ। ਤਾਂ ਮੈਨੂੰ ਉਹਨਾਂ ਨੇ ਕਮਿਊਨਿਟੀ ਵਾਲੇ ਨੇ ਖੁਦ ਬੁਲਾਇਆ ਵੀ ਆਪਣੇ ਡੀਸੀ ਸਾਹਿਬ ਆ ਰਹੇ ਨੇ, ਤੁਸੀਂ ਆਓ, ਠੀਕ ਹੈ ਜੀ। ਡੀਸੀ ਸਾਹਿਬ ਮਾਲ ਅਦਾਲਤ ਜਾਣ ਤੋਂ ਪਹਿਲਾਂ ਮੇਰੀ ਮੈਥ ਲੈਬ 'ਚ ਆਏ, ਮੈਂ ਨਹੀਂ ਲੈ ਕੇ ਉਹ ਲੈ ਕੇ, ਕਿਉਂਕਿ ਉਹਨੂੰ ਲੱਗਦਾ ਕਿ ਸਾਡੇ ਪਿੰਡ ਕੁਝ ਕੰਮ ਹੋਇਆ ਤਾਂ ਦਿਖਾਉਣਾ ਵਾ। ਔਰ ਡੀਸੀ ਸਾਹਿਬ ਨੇ ਵੀ ਬਹੁਤ ਇੰਟਰਸਟ ਲੈ ਕੇ ਉਹ ਕੰਮ ਕੀਤਾ ਔਰ ਸਾਨੂੰ ਉਹ ਗ੍ਰਾਂਟ ਦੇ ਕੇ ਗਏ, ਜਿਹਦੇ ਵਿੱਚੋਂ ਅਸੀਂ ਬਹੁਤ ਐਡਵਾਂਸ ਮੈਥ ਜਿਹੜੀ ਹੈਗੀ ਆ ਉਹ ਬਣਾ ਸਕੇ। ਫਿਰ ਉਸ ਤੋਂ ਬਾਅਦ ਜਿਹੜੇ ਸੋਰਸ ਤੋਂ ਗ੍ਰਾਂਟ ਆਈ ਸੀ, ਜਦੋਂ ਉਹਨਾਂ ਨੇ ਉਹ ਕੰਮ ਹੋਇਆ ਦੇਖਿਆ ਤਾਂ ਸਾਨੂੰ ਹੋਰ ਗ੍ਰਾਂਟ ਸੀ, ਮਤਲਬ ਉਹ ਚੇਨ ਬਣ ਗਈ। ਤੁਹਾਡੇ ਕੰਮ ਤੋਂ ਸ਼ੁਰੂ ਹੁੰਦੀ ਆ, ਜੇ ਤੁਹਾਡਾ ਕੰਮ ਬੋਲਦਾ ਤਾਂ ਤੁਹਾਨੂੰ ਬੋਲਣ ਦੀ ਲੋੜ ਨਹੀਂ, ਤੁਹਾਨੂੰ ਆਪ ਬੋਲ ਕੇ ਦੱਸਣ ਦੀ ਲੋੜ ਨਹੀਂ, ਉਹ ਆਪਣੇ ਆਪ ਹੀ ਰਿਫਲੈਕਟ ਹੋ। ਸੋ ਬਾਲ ਦੀ ਗੱਲ ਦੱਸਦੇ, ਬਾਲ 8 ਫੁੱਟ ਤੋਂ ਛੱਡੀ, 8 ਫੁੱਟ ਤੱਕ ਤੈਅ ਕਰ ਲਿਆ, ਠੀਕ ਹੈ। ਅਗਲੀ ਵਾਰ 4 ਤੋਂ ਮੁੜ ਕੇ 4 ਜਾਊਗੀ, ਮਤਲਬ ਅਗਲੀ ਵਾਰੀ ਵੀ 8 ਐਡ ਹੋਊਗਾ, ਫਿਰ ਹਾਫ ਹੁੰਦਾ ਜਾਊਗਾ। ਪਹਿਲੀ ਵਾਰੀ 8, ਦੂਜੀ ਵਾਰੀ ਵੀ 8, ਫਿਰ ਉਹਨੂੰ ਹਾਫ ਕਰਕੇ ਐਡ ਦੇ 8 + 8 16, 16 4 20, 20 ਤੇ 22, 22 ਤੇ 1 23, ਫਿਰ ਉਹਦੇ ਤੁਹਾਡੇ ਫ੍ਰੈਕਸ਼ਨ ਚ ਆ ਜਾਣਗੇ ਅਪਰੋਕਸੀਮੇਟ 24 ਅਪਰੋਕਸੀਮੇਸ਼ਨ, ਤਾਂ ਫਿਰ ਉਹ ਹਾਫ ਤੱਕ ਆ ਜੂਗੀ, ਫਿਰ ਉਹ ਉਸ ਦੇ ਹਾਫ ਤੱਕ ਆ ਜੂਗੀ, ਉਸ ਦੇ ਹਾਫ ਤੱਕ ਆ ਜੂ, ਫਿਰ ਉਹ ਇਦਾਂ ਦਾ ਕਰਕੇ ਰੈਸਟ ਚ। ਸੋ ਇਸ ਤਰ੍ਹਾਂ ਦੇ ਰਿਡਲਸ ਵੀ ਤੁਸੀਂ ਨਾਲ ਲੈ ਕੇ ਜਾਓ ਥੋੜਾ ਜਿਹਾ, ਜਾਂ ਬੱਚਿਆਂ ਲਈ ਅਸੀਂ ਕਹਿੰਦੇ ਹਾਂ ਕਿ 18 ਚਿੜੀਆਂ 18 ਘੰਟੇ ਦੇ ਵਿੱਚ 18 ਆਲ੍ਹਣੇ ਬਣਾਉਂਦੀਆਂ ਨੇ, 18 ਚਿੜੀਆਂ 18 ਘੰਟੇ 'ਚ 18 ਆਲ੍ਹਣੇ ਬਣਾਉਂਦੀਆਂ ਨੇ, ਤਾਂ 4 ਚਿੜੀਆਂ 4 ਆਲ੍ਹਣੇ ਕਿੰਨੇ ਦਿਨਾਂ 'ਚ ਜਾਂ 4 ਕਿੰਨੇ ਘੰਟੇ 'ਚ ਬਣਾਉਂਦੀਆਂ? ਚਲੋ ਇਹਨੂੰ ਸੋਚੋ, ਆਪਾਂ ਨੈਕਸਟ ਚੱਲਦੇ ਹਾਂ। ਸੋ ਆਪਾਂ ਚੱਲਦੇ ਹਾਂ ਨੈਕਸਟ। ਇਹ ਫ੍ਰੈਕਸ਼ਨ ਦੀ ਮੈਂ ਗੱਲ ਤੋਂ ਆਪਣਾ ਸ਼ੇਅਰ ਕਰਨ ਲੱਗਿਆ ਸੀਗਾ। ਫ੍ਰੈਕਸ਼ਨ ਕੀ ਹੁੰਦੀ ਹੈ, ਭਿੰਨ ਕੀ ਹੁੰਦੀ ਹੈ? ਭਿੰਨ ਹੁੰਦੀ ਹੈ ਕਿਸੇ ਪੂਰਨ ਦਾ ਕੋਈ ਭਾਗ, ਪਾਰਟ ਆਫ ਹੋਲ। ਉਹ ਪੂਰਨ ਇੱਕ ਚੀਜ਼ ਵੀ ਹੋ ਸਕਦੀ ਹੈ, ਉਹ ਪੂਰਨ ਕੋਈ ਗਰੁੱਪ ਵੀ ਹੋ ਸਕਦਾ। ਇੱਕ ਚੀਜ਼ ਐਪਲ ਦਾ ਇੱਕ ਪਾਰਟ ਹੋ ਸਕਦਾ, ਰੋਟੀ ਦਾ ਇੱਕ ਪਾਰਟ ਹੁੰਦਾ, ਬ੍ਰੈਡ ਦੇ ਅੱਗੇ ਉਹਦੇ ਪਾਰਟ ਹੋ ਸਕਦੇ ਨੇ, ਠੀਕ ਹੈ। ਗਰੁੱਪ ਦਾ ਪੰਛੀਆਂ ਦਾ ਇੱਕ ਝੁੰਡ ਬੈਠਾ 50 ਪੰਛੀਆਂ ਦਾ, ਉਹ ਜੋ 10 ਉੱਡ ਗਏ, ਠੀਕ ਹੈ, ਤਾਂ ਉਹ ਕਿੰਨਾ ਫ੍ਰੈਕਸ਼ਨ ਦਾ ਕੀ ਪਾਰਟ ਹੋ ਗਿਆ, ਉਹ ਬੱਚਿਆਂ ਤੱਕ ਅਸੀਂ ਦੱਸਾਂਗੇ। ਉਸ ਤੋਂ ਬਾਅਦ ਉਹਨਾਂ ਨੂੰ
ਦੱਸਣਾ ਵੀ ਆ ਸੀ ਛੋਟਾ ਜਿਹਾ 1/12 ਤੱਕ ਦਾ ਜਾਂ ਕਹ ਲਓ ਵੀ ਬਣਾਇਆ ਬੋਰਡ, ਇਹਨੂੰ ਤੁਸੀਂ ਹੋਰ ਕੋਲੈਬੋਰੇਟ ਕਰ ਸਕਦੇ ਹੋ, ਤੁਹਾਡੀ ਮਰਜ਼ੀ ਆ। ਤੇ ਇਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਤਾਂ ਅਸੀਂ ਦੱਸਦਾ ਵੀ ਦੇਖੋ ਇਸ ਦੇ ਉੱਪਰ ਅਲੱਗ-ਅਲੱਗ ਪਾਰਟ ਬਣੇ, ਜਿਵੇਂ ਆਹ ਹਾਫ ਹੈ, ਆ ਵੀ ਹਾਫ ਹੈ, ਦੋ ਹਾਫ ਨੂੰ ਮਿਲਾ ਕੇ ਇੱਕ ਬਣਦਾ। ਇਹ 1/3 ਹੈ ਤਾਂ ਤਿੰਨ ਨੂੰ ਮਿਲਾ ਕੇ ਇੱਕ ਬਣੂਗਾ। 1/3 ਉਹਦਾ ਥਰਡ ਪਾਰਟ ਹੈ, ਜਾਂ ਇਹਨੂੰ ਅਸੀਂ ਅਦਰਵਾਈਜ਼ ਕਹਿੰਦੇ ਹਾਂ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਨਿਊਮੀਨੇਟਰ ਦੀ ਤੇ ਡਿਨੋਮੀਨੇਟਰ ਦੀ, ਜਿਹੜਾ ਉੱਪਰਲਾ ਪਾਰਟ ਹੈਗਾ ਉਸ ਨੂੰ ਅਸੀਂ ਕਹਿੰਦੇ ਆ ਖਾਣ ਵਾਲੀ ਚੀਜ਼ ਜਾਂ ਐਪਲ, ਜੋ ਨੀਚੇ ਹੈ ਉਹ ਹੈ ਉਸ ਨੂੰ ਖਾਣ ਵਾਲੇ ਬੰਦਿਆਂ ਦੀ ਗਿਣਤੀ। ਠੀਕ ਹੈ, ਜਦੋਂ ਅਸੀਂ ਇੱਕ ਐਪਲ ਨੂੰ 3 ਬੰਦਿਆਂ 'ਚ ਵੰਡਾਂਗੇ ਤਾਂ ਸਾਰਿਆਂ ਦੇ ਹਿੱਸੇ ਕਿੰਨੇ ਕੁ ਕਰਨਗੇ? ਵੰਡ ਕੇ ਦਿਖਾ ਦਿਓ ਇੱਕ ਦੋ ਵਾਰੀ, ਵੈਸੇ ਤਾਂ ਮਹਿੰਗੇ ਨੇ ਤਾਂ ਕੁਝ ਹੋਰ ਵੰਡ ਦਿਓ ਜਿਹੜਾ ਜੋ ਜਿਹਦੇ ਪੀਸਸ ਹੋ ਸਕਦੇ। ਚਾਕਲੇਟ ਦੇ ਪੀਸਸ ਹੋ ਸਕਦੇ, ਚਾਕਲੇਟ ਹੁੰਦੀ ਆ ਬਾਹਰ, ਉਹਦੇ ਵਿੱਚ 10 ਜਾਂ 12 ਹੁੰਦੇ ਨੇ, ਤੁਸੀਂ ਉਹਨੂੰ ਪਾਰਟ ਕਰਕੇ ਵੰਡ ਸਕਦੇ ਹੋ, ਛੋਟੇ ਛੋਟੇ ਪਾਰਟ। ਸੰਤਰਾ ਹੋ ਸਕਦਾ ਤੇ ਸੀਜ਼ਨ ਦੇ ਅਕੋਰਡਿੰਗ ਤੁਹਾਨੂੰ ਚਾਕਲੇਟ ਸਾਰੇ ਸੀਜ਼ਨ 'ਚ ਮਿਲ ਸਕਦੀ ਹੈ, ਬਾਕੀ ਚੀਜ਼ਾਂ ਸੀਜ਼ਨਲ। ਸੋ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਪਹਿਲਾਂ ਤਾਂ ਇਹ ਦੱਸਾਂਗੇ ਕਿ ਇਕੁਇਵਲੈਂਟ ਫ੍ਰੈਕਸ਼ਨਸ, ਪਹਿਲਾਂ ਤਾਂ ਇਕੁਇਵਲੈਂਟ ਫ੍ਰੈਕਸ਼ਨਸ ਦੀ ਗੱਲ ਇਹ 'ਚ ਮੈਂ ਕੁਝ ਇੱਕ ਚੀਜ਼, ਜਦੋਂ ਤੁਸੀਂ ਪੀਐਲਐਮ ਡਿਜ਼ਾਈਨ ਕਰੋ ਤਾਂ ਤੁਸੀਂ ਉਹਨਾਂ ਦੇ ਨਾਲ ਚੀਜ਼ਾਂ ਜਿਹੜੀਆਂ ਅਟੈਚਡ ਨੇ ਉੱਥੇ ਰੱਖੋ ਜਿਹੜੀਆਂ ਤੁਸੀਂ ਯੂਜ਼ ਕਰੋ। ਠੀਕ ਹੈ, ਇਸ ਵੇਲੇ ਮੇਰੇ ਕੋਲ ਅਪਰੋਕਸੀਮੇਟਲੀ 100+ ਪੀਐਲਐਮਸ ਹੋਣਗੀਆਂ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਕੁਝ ਦਿਖਾਊਂਗਾ ਉਹ ਨਾਲ ਦੀ ਨਾਲ ਲੱਭੀ ਜਾਊਗਾ। ਜੇ ਉਹ 100 ਦੇ ਪੀਸਿਸ ਇੱਕ ਦੂਜੇ ਮਿਕਸ ਹੋ ਗਏ ਤਾਂ ਫਿਰ ਤੁਸੀਂ ਮਤਲਬ ਉਹਨੂੰ ਲੱਭਦੇ ਹੀ ਰਹੋਗੇ ਤੇ ਡਿਸਪਲੇ ਨਹੀਂ ਕਰ ਸਕਦੇ। ਹੁਣ ਇੱਥੇ ਕੀ ਆ, ਅਸੀਂ ਇੱਕ ਹਾਫ ਤੇ ਜੋ ਇਦਾਂ ਦਾ ਹੀ ਪੀਸ ਕੱਟ ਲਿਆ ਮੈਂ, ਜਿਹੜਾ ਆ ਸੀ ਕਲੀਅਰ ਬੇਟਾ। ਇਸ ਨੂੰ ਮੈਂ ਹੁਣ ਅੱਗੇ ਆਹ ਪਾਸਾ ਬਰਾਬਰ ਰੱਖਦੇ ਹੋਏ ਥੱਲੇ ਨੂੰ ਟਰੈਕ ਕਰਦਾ, ਜਿੱਥੇ ਲਾਈਨ ਬਰਾਬਰ ਆ ਗਈ ਉਹ ਫ੍ਰੈਕਸ਼ਨ ਵੀ ਇਸ ਦੇ ਇਕੁਇਵਲੈਂਟ ਆ। 1/2 ਸੀ, ਇੱਥੇ ਤੁਸੀਂ ਦੇਖ ਲਓ 2/4 ਵੀ ਇਹਦੇ ਬਰਾਬਰ ਹੀ ਹੈ, ਯਾਨੀ ਕਿ 2/4 ਕਹਿ ਲਓ ਭਾਵੇਂ 1/2 ਕਹਿ ਲਓ, 1 ਐਂਡ ਸੇਮ। ਇਹਨੂੰ ਹੋਰ ਅੱਗੇ ਲੈ ਲਓ, ਇਹ ਇੱਥੇ 3/6 ਦੇ ਵੀ ਬਰਾਬਰ ਆ ਗਈ, 1/6, 2/6, 3/6। ਇਹਨੂੰ ਅਸੀਂ ਹੋਰ ਅੱਗੇ ਲੈ ਗਏ, ਇਹ 4/8 ਦੇ ਵੀ ਬਰਾਬਰ ਆ ਗਈ, ਉਸ ਤੋਂ ਅੱਗੇ ਲੈ ਗਏ 5/10 ਦੇ ਵੀ ਬਰਾਬਰ ਆ ਗਈ, ਉਸ ਤੋਂ ਅੱਗੇ ਲੈ ਗਏ ਇਹ 6/12 ਦੇ ਬਰਾਬਰ। ਇਹਨੂੰ ਹੋਰ ਪੀਸ ਲੈ ਕੇ ਕਰ ਸਕਦੇ ਹੋ, 1/3 ਦਾ ਮੈਂ ਲੈ ਲਿਆ। ਇਸ ਦੇ ਵਿੱਚ ਕੀ ਆ, ਇਹਦੇ ਬਰਾਬਰ ਹੈ, ਇਸ ਨੂੰ ਅੱਗੇ ਲੈ ਕੇ ਗਏ ਤਾਂ ਇੱਥੇ ਜਾ ਕੇ ਬਰਾਬਰ ਹੋ ਗਈ। ਇਹਦਾ ਮਤਲਬ 1/3 ਤੇ 2/6 ਦੋਨੇ ਕੀ ਨੇ ਆਪਸ 'ਚ ਬਰਾਬਰ। ਸੋ ਇਸ ਤਰ੍ਹਾਂ ਹੁਣ ਅਸੀਂ ਬੱਚੇ ਨੂੰ ਆਮ ਤੌਰ ਤੇ ਵਰਬਲੀ ਪੁੱਛ ਲੈਂਦੇ ਆ, ਬੇਟਾ 1/2 ਵੱਡਾ ਹੁੰਦਾ ਕਿ 1/3? ਮੈਂ ਤੁਹਾਨੂੰ ਪੁੱਛਣਾ, ਜਿਹਨੂੰ ਪਤਾ ਸਿਰਫ ਉਹਨੇ ਹੱਥ ਖੜਾ ਕਰਨਾ, ਬੋਲਣਾ ਨਹੀਂ। ਹੱਥ ਖੜੇ ਹੋਣੇ ਚਾਹੀਦੇ ਸਾਰਿਆਂ ਦੇ। ਇੱਕ ਗੱਲ ਹੋਰ, ਜਦੋਂ ਕੁਐਸਚਨਿੰਗ ਕਰੋ, ਵੈਸੇ ਤੁਹਾਨੂੰ ਇੱਥੇ ਅਧਿਆਪਕ ਸਾਹਿਬਾਨ ਨੇ ਸਾਰਿਆਂ ਨੇ ਸ਼ੇਅਰ ਕੀਤਾ ਹੋਊਗਾ, ਜਦੋਂ ਵੀ ਕੁਐਸਚਨਿੰਗ ਕਰੋ ਤਾਂ ਰਿਸਪੌਂਸਿਸ ਜਿਹੜੇ ਹੈਗੇ ਨੇ ਉਹ ਤੁਸੀਂ ਲੈਣੇ, ਮਤਲਬ ਉਹ ਆਪਣੇ ਆਪ ਅਨਕੰਟਰੋਲਡ ਰਿਸਪੌਂਸ ਨਾ ਹੋਣ ਉਹਨਾਂ ਦੇ। ਤੁਸੀਂ ਇਹਨਾਂ ਨੂੰ ਕਹਿਣਾ ਵੀ ਜਿਹੜਾ ਵੀ ਜਦੋਂ ਸਵਾਲ ਕੀਤਾ ਬੇਟਾ ਹੱਥ ਖੜਾ